ਸਤਨਾਮ ਵਾਹਿਗੁਰੂ ਸਾਹਿਬ ਜੀ। ਹਾਮੇ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਹੀ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾ ਰਾਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਨਹੁ ਗੁਰ ਸੰਗਤ, ਇਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਅਗਣਤ ਗੁਣ ਠਾਕੁਰ ਪ੍ਰਭ ਤੇਰੇ। ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਅਗਣਤ ਗੁਣ ਠਾਕੁਰ ਪ੍ਰਭ ਤੇਰੇ। ਮੋਹਿ ਅਨਾਥ ਤੁਮਰੀ ਸਰਨਾਈ, ਕਰ ਕਿਰਪਾ ਹਰ ਚਰਨ ਧਿਆਈ। ਦਇਆ ਕਰੋ ਬਸੋ ਮਨ ਆਏ, ਮੋਹਿ ਨਿਰਗੁਣ ਲੀਜੈ ਲੜ ਲਾਏ। ਰਹਾਉ ਪ੍ਰਭ ਚਿਤ ਆਵੈ ਤਾਂ ਕੈਸੀ ਭੀੜ, ਹਰ ਸੇਵਕ ਨਾਹੀ ਜਮ ਪੀੜ। ਸਰਬ ਦੁਖ ਹਰ ਸਿਮਰਤ ਨਸੇ, ਜਾ ਕੈ ਸੰਗ ਸਦਾ ਪ੍ਰਭ ਪਸੈ। ਪ੍ਰਭ ਕਾ ਨਾਮ ਮਨ ਤਨ ਆਧਾਰ, ਬਿਸਰਤ ਨਾਮ ਹੋਵਤ ਤਨ ਛਾਰ। ਪ੍ਰਭ ਚਿਤ ਆਏ ਪੂਰਨ ਸਭ ਕਾਜ, ਹਰ ਬਿਸਰਤ ਸਭ ਕਾ ਮੁਹਤਾਜ। ਚਰਨ ਕਮਲ ਸੰਗ ਲਾਗੀ ਪ੍ਰੀਤ, ਬਿਸਰ ਗਈ ਸਭ ਦੁਰਮਤ ਰੀਤ। ਮਨ ਤਨ ਅੰਤਰ ਹਰ ਹਰ ਮੰਤ, ਨਾਨਕ ਭਗਤਨ ਕੈ ਘਰ ਸਦਾ ਆਨੰਦ। ਬਿਸਰ ਗਈ ਸਭ ਦੁਰਮਤ ਰੀਤ, ਮਨ ਤਨ ਅੰਤਰ ਹਰ ਹਰ ਮੰਤ। ਨਾਨਕ ਭਗਤਨ ਕੈ ਘਰ ਸਦਾ ਆਨੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਤਖਤ ਜਬਰ ਛਤਰ ਦੇ ਮਾਲਕ, ਬਾਣੀ ਕੇ ਗੋਬਿੰਦ ਦੀਨ ਦੁਨੀਆ ਦੇ ਮਾਲਕ, ਕਲਯੁਗੀ ਜੀਵਾਂ ਨੂੰ ਤਾਰਨ ਹਾਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ
ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਚਰਨ ਛੋਹ ਧਰਤੀ, ਗੁਰਦੁਆਰਾ ਦਾਤਾ ਬੰਦੀ ਛੋਹ, ਜ਼ਿਲ੍ਹਾ ਗਵਾਲੀਅਰ, ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰੀ ਭਰ ਰਹੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹਾਂ ਜੋ ਸਤਿਗੁਰੂ ਜੀ ਦੇ ਹਜ਼ੂਰ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਹਨ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪ੍ਰੀਚੈ ਜੀਉ। ਔਰ ਨਾਲ ਹੀ ਸਤਿਗੁਰੂ ਜੀ ਪਾਵਨ ਬਾਣੀ ਦੀ ਸ਼ਬਦ ਵਿਚਾਰ ਦਾ ਮਹੱਤਵ ਵੀ ਦੱਸਦੇ ਹਨ। ਸਭ ਤੇ ਉੱਤਮ ਹਰਿ ਕੀ ਕਥਾ, ਨਾਮ ਸੁਣਤ ਦਰਦ ਦੁਖ ਲੱਥਾ। ਸੋ ਵੱਡਿਆਂ ਭਾਗਾਂ ਦੀਆਂ ਨਿਸ਼ਾਨੀਆਂ ਹਨ ਜੋ ਸੰਗਤ ਵਿੱਚ ਬੈਠਣ ਦਾ ਸੁਭਾਗ ਮਿਲਿਆ ਹੈ। ਸਤਿਗੁਰੂ ਜੀ ਦੇ ਪਾਵਨ ਸ਼ਬਦ ਦੀ ਵਿਚਾਰ, ਉਸ ਹਰੀ ਦੀ ਕੀਰਤੀ ਦੇ ਵਿੱਚ ਜੁੜਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸਾਰੀ ਸੰਗਤ ਨੇ ਸਤਿਗੁਰੂ ਜੀ ਦੇ ਹਜ਼ੂਰ ਅਰਦਾਸ ਬੇਨਤੀ ਕੀਤੀ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਤਰਸ ਕੀਤਾ ਸਾਡੇ ਜੀਵਾਂ ਤੇ। ਸਾਨੂੰ ਆਪਣੇ ਪਾਵਨ ਪਵਿੱਤਰ ਮੁਖ ਵਾਰ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਸੋ ਆਓ ਹਰ ਰੋਜ਼ ਦੀ ਮਰਿਆਦਾ ਦੇ ਅਨੁਸਾਰ ਸਤਿਗੁਰੂ ਜੀ ਦੇ ਪਾਵਨ ਮੁਖ ਵਾਰ ਸ਼ਬਦ ਦੀ ਜੋ ਵਿਚਾਰ ਹੈ ਉਸ ਦੇ ਨਾਲ ਜੁੜੀਏ। ਅੱਜ ਦਾ ਜੋ ਪਾਵਨ ਸ਼ਬਦ ਆਪ ਸੰਗਤ ਨੇ ਸਰਵਣ ਕੀਤਾ ਹੈ, ਜੋ ਹੁਕਮ, ਜੋ ਮੁਖ ਵਾਰ ਸਤਿਗੁਰੂ ਜੀ ਨੇ ਸਾਨੂੰ ਉਤਾਰਨ ਵਾਸਤੇ ਦਿੱਤਾ ਹੈ, ਜੋ ਸਿੱਖਿਆ ਦਿੱਤੀ ਹੈ, ਜੋ ਉਪਦੇਸ਼ ਦਿੱਤਾ ਹੈ, ਇਹ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 801 ਦੇ ਉੱਪਰ ਸੁਭਾਇਮਾਨ ਹੈ, ਜੋ ਕਿ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਹੈ ਔਰ ਬਿਲਾਵਲ ਰਾਗ ਦੇ ਵਿੱਚ ਦਰਜ ਹੈ। ਅੱਜ ਦੇ ਸ਼ਬਦ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ ਸਾਡੇ ਜੀਵਨ ਤੇ। ਉਸ ਪਰਮਾਤਮਾ ਦੇ ਨਾਮ ਦੀ ਮਹਿਮਾ ਬਿਆਨ ਕਰਦੇ ਹੋਏ ਉਸ ਨਾਮ ਨੂੰ ਹੀ ਜੀਵਨ ਦਾ ਆਧਾਰ, ਜੀਵਨ ਦਾ ਆਸਰਾ ਤੇ ਸਾਰੇ ਸੁੱਖ ਦੇਣ ਵਾਲਾ ਦੱਸਿਆ ਹੈ। ਤੇ ਨਾਲ ਹੀ ਦੂਸਰੇ ਪਾਸੇ ਜਿਹੜਾ ਵਿਅਕਤੀ ਇਸ ਨਾਮ ਤੋਂ ਵਿਹੂਣਾ ਰਹਿ ਜਾਂਦਾ ਹੈ, ਨਾਮ ਦੀ ਪ੍ਰਾਪਤੀ ਨਹੀਂ ਕਰਦਾ, ਨਾਮ ਨਹੀਂ ਜਪਦਾ, ਉਸ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ, ਉਸ ਨੂੰ ਕੋਈ ਵੀ ਆਸਰਾ ਨਹੀਂ ਦਿੰਦਾ ਹੈ, ਜਮਾਂ ਦੀ ਮਾਰ ਸਹਿਣੀ ਪੈਂਦੀ ਹੈ ਉਸ ਨੂੰ। 84 ਲੱਖ ਜੂਨਾਂ ਦੇ ਗੇੜ ਦੇ ਵਿੱਚ ਭਟਕਣਾ ਪੈਂਦਾ ਹੈ, ਵਿਕਾਰਾਂ ਦੀ ਅੱਗ ਵਿੱਚ ਸੜਨਾ ਪੈਂਦਾ ਹੈ। ਪਰ ਜੋ ਨਾਮ ਜਪਦਾ ਹੈ, ਗੁਰੂ ਉਹ ਪਰਮਾਤਮਾ ਹਮੇਸ਼ਾ ਉਸ ਦੇ ਅੰਗ ਸੰਗ ਰਹਿੰਦਾ ਹੈ ਤੇ ਉਸ ਨੂੰ ਫਿਰ ਧਰਤੀ ਵਾਲ ਵੀ ਹੁੰਦਾ, ਜੰਮ ਵੀ ਉਸ ਦੇ ਨੇੜੇ ਨਹੀਂ ਜਾਂਦੇ ਹਨ ਤੇ ਨਾ ਹੀ ਇਸ ਸੰਸਾਰ ਦੇ ਉੱਤੇ ਕਿਸੇ ਪ੍ਰਕਾਰ ਦੀ ਦੁੱਖ ਤਕਲੀਫ ਉਸ ਨੂੰ ਆਉਂਦੀ। ਸੋ ਆਓ ਸਰਵਣ ਕਰੀਏ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਬਿਲਾਵਲ ਮਹੱਲਾ ਪੰਜਵਾਂ। ਬਿਲਾਵਲ ਰਾਗ ਵਿੱਚ ਗੁਰੂ ਜੋਤ ਵਾਲੇ ਪੰਜਵੇਂ ਸਰੂਪ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ। ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ। ਸਤਿਗੁਰੂ ਜੀ ਕਹਿੰਦੇ, ਹੇ ਮੇਰੇ ਪਿਆਰੇ ਪ੍ਰੀਤਮ,
हे मेरे प्यारे अकाल पुरख, तू सुखा का खजाना है। निधान का अर्थ है खजाना। उस अकाल पुरख को संबोधन करते हैं, अपना प्यारा प्रीतम दस के संबोधन करते हैं कि हे मेरे प्यारे मित्र, तू सुखा का खजाना है, भंडार है, अगणत गुण ठाकुर प्रभ तेरे। ते सतगुरु जी बख्शिश करते हैं कि हे परमात्मा, तेरे अगणत गुण हैं। अगणत तो भाव है जिसकी गिनती मिनती ना की जा सके, जिसनों मापिया ना जा सके, जिसनों गिनिया ना जा सके, उसनों अगणत कहा जाता है। कहते हे ठाकुर, धरती के प्रतिपालक, तेरे अनेका ही गुण हैं। कवन कवन गुण कह कह गावा, तू साहिब गुणी निधाना, तुमरी महिमा वर्ण न साको, तू ठाकुर ऊच भगवान। कहते केड़ा केड़ा गुण हे परमात्मा तेरा मैं गा के बयान करा। तू तो सारिਆਂ तो उच्चा है, ते सारे ही गुणों का खजाना है। साडे जीवां दे विच कोई एक गुण होवेगा, किसी विच दो होणगे, पर उस परमात्मा दे विच अगणत गुण हैं, गिने नहीं जा सकते। जाप साहब की बाणी दे विच गुरु गोबिंद सिंह महाराज जी ने उस परमात्मा के कितने गुण बयान किए हैं, तो उन्होंने गुणों के आधार पर ही उस परमात्मा को संबोधन होकर नमस्कार की है। नमस्तंग काय, नमस्तंग जाए, नमस्तंग गंजे, नमस्तंग भंजे, नमस्तंग नामे, नमस्तंग ठामे। सारी बाणी दे विच कितने गुण सतगुरु जी ने बयान किए हैं, तो कितनी बार नमस्कार की, पर फिर भी उस परमात्मा के जिहड़े गुण हैं वो सारे बयान नहीं किए जा सकते। सतगुरु जी कहते हैं कि उस परमात्मा के गुण इन्ने हैं कि जितनी सारी सृष्टि की बृहस्पति है, जिस दियां कलमां बना लईआं जाण, जितनी धरती है इसका कागज बना लिया जाए, तो जितना संसार ते पानी है उसकी शाही बना ली जाए, तां भी उस परमात्मा के गुण जिहड़े हैं वो लिखे नहीं जा सकते। इन्नियां कलमां, इन्ने कागज ते इन्नी शाही के उत्ते भी उस परमात्मा के गुणों को जे कोई कहे मैं बयान कर देवांगा, तो सतगुरु जी कहते हैं कि नहीं, उस परमात्मा के गुण बयान नहीं किए जा सकते। हाँ, असीं उस परमात्मा के गुणों को गा सकते हाँ, गुणों को धारण कर सकते हाँ, उस परमात्मा के गुण गा के उस प्रभु की महिमा का आनंद लै सकते हैं। जिवें एक मच्छी पानी दे विच, समुंदर दे विच तैरती है, उस समुंदर दे विच डूंघियां तो डूंघियां तारियां ला के जितना मर्जी आनंद लै लवे, पर जे वो कहे कि मैं समुंदर का अंत पा लवांगी, तो समुंदर का अंत नहीं पा सकता। इस तरह ये जीव उस परमात्मा के गुणों को गा के आत्मक शांति का प्राप्त कर सकता है, पर जे ये मनुष्य कहे कि मैं उस परमात्मा का अंत पा लवांगा या उसके सारे गुणों को जान लवांगा, तो सतगुरु जी कहते नहीं, उसके गुणों को, उसके अंत को नहीं पाया जा सकता, वो अगंत है। एक स्वरूप उस परमात्मा का गुणा वाला है जिथे उसके अगंत गुण हैं जो कि सरगुण स्वरूप है, और दूसरा स्वरूप उस परमात्मा का निर्गुण स्वरूप है। निर्गुण आप सरगुण भी ही कलाधार जिन सकली होही। निर्गुण स्वरूप के विच इन्हां गुणों तो ऊपर उठ के वो परमात्मा सुन सुभाव की अवस्था के विच सਦੀवी होंद वाला है,
ਤੇ ਜਦੋਂ ਉਹ ਆਪਣੇ ਗੁਣਾਂ ਨੂੰ ਪ੍ਰਕਾਸ਼ਮਾਨ ਕਰਦਾ ਹੈ, ਪ੍ਰਗਟ ਕਰਦਾ ਹੈ, ਤਾਂ ਸਰਗੁਣ ਸਰੂਪ ਦੇ ਵਿੱਚ ਉਹ ਇਹਨਾਂ ਸਾਰੇ ਗੁਣਾਂ ਦਾ ਮਾਲਕ ਬਣ ਜਾਂਦਾ ਹੈ, ਗੁਣਾਂ ਵਾਲਾ ਹੋ ਜਾਂਦਾ ਹੈ। ਦੋ ਤਰ੍ਹਾਂ ਦਾ ਸਰੂਪ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਵਰਣਿਆ ਹੈ। ਨਿਰਗੁਣ ਤੋਂ ਹੀ ਉਹ ਪ੍ਰਮਾਤਮਾ ਸਰਗੁਣ ਰੂਪ ਦੇ ਵਿੱਚ ਹੋਇਆ ਹੈ ਤੇ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਰਚੀ। ਜਦੋਂ ਇਸ ਬ੍ਰਹਿਮੰਡ ਦਾ, ਇਸ ਕਾਇਨਾਤ ਦਾ ਪਸਾਰਾ ਨਹੀਂ ਪਸਰਿਆ ਸੀ ਤਾਂ ਉਸ ਸਮੇਂ ਉਹ ਨਿਰਗੁਣ ਸਰੂਪ ਦੇ ਵਿੱਚ ਅਕਾਲ ਪੁਰਖ ਸੁਨ ਸਮਾਧ ਦੀ ਅਵਸਥਾ ਦੇ ਵਿੱਚ ਸਦੀਵੀ ਹੋਣ ਰੱਖਣ ਵਾਲਾ ਪ੍ਰਭੂ ਮੌਜੂਦ ਸੀ। ਜਦੋਂ ਪਰਮਾਤਮਾ ਦੀ ਇੱਛਾ ਹੋਈ, ਉਸ ਪਰਮਾਤਮਾ ਨੇ ਆਪਣੇ ਆਪ ਨੂੰ ਜਨਾਇਆ ਤੇ ਆਪਣੇ ਆਪ ਨੂੰ ਇਹ ਬ੍ਰਹਿਮੰਡ ਰਚਿਆ ਤੇ ਉਹ ਅਕਾਲ ਪੁਰਖ ਨਿਰਗੁਣ ਤੋਂ ਸਰਗੁਣ ਸਰੂਪ ਵਾਲਾ ਹੋ ਗਿਆ ਔਰ ਸਾਰੇ ਗੁਣਾਂ ਦਾ ਮਾਲਕ ਹੋ ਗਿਆ। ਪਰ ਇਸ ਤਰ੍ਹਾਂ ਕਰਦਿਆਂ ਉਸ ਪਰਮਾਤਮਾ ਦਾ ਜੋ ਨਿਰਗੁਣ ਸਰੂਪ ਹੈ, ਜੋ ਨਿਰਗੁਣ ਬ੍ਰਹਮ ਹੈ, ਉਹ ਵੀ ਖਤਮ ਨਹੀਂ ਹੋਇਆ। ਜਿੱਥੇ ਉਹ ਇਸ ਸ੍ਰਿਸ਼ਟੀ ਦੇ ਜ਼ਰੇ ਜ਼ਰੇ ਦੇ ਵਿੱਚ ਸਮਾਇਆ ਹੋਇਆ ਹੈ, ਹਰ ਇੱਕ ਜੀਵ ਦੇ ਵਿੱਚ ਸਮਾਇਆ ਹੋਇਆ ਹੈ, ਸਭ ਕੁਝ ਕਰਨ ਵਾਲਾ ਹੈ, ਕਰਾਉਣ ਵਾਲਾ ਹੈ, ਸਭ ਗੁਣਾਂ ਦਾ ਮਾਲਕ ਹੈ, ਉੱਥੇ ਉਹ ਪਰਮਾਤਮਾ ਇਕੱਲਾ ਵੱਖ ਬੈਠਾ ਹੋਇਆ ਵੀ ਇਹ ਸਾਰੀ ਸ੍ਰਿਸ਼ਟੀ ਨੂੰ ਦੇਖ ਰਿਹਾ ਨਿਰਗੁਣ ਸਰੂਪ ਦੇ ਵਿੱਚ। ਤੇ ਜਦੋਂ ਉਸ ਦਾ ਦਿਲ ਕਰਦਾ ਹੈ, ਉਹ ਆਪਣੇ ਇਸ ਸਰਗੁਣ ਪਸਾਰੇ ਨੂੰ ਸਮੇਟ ਲੈਂਦਾ ਹੈ ਤੇ ਕੇਵਲ ਨਿਰਗੁਣ ਸਰੂਪ ਦੇ ਵਿੱਚ ਆ ਜਾਂਦਾ ਹੈ। ਕਿਉਂਕਿ ਗੁਰਬਾਣੀ ਦਾ ਪ੍ਰਮਾਣ ਹੈ, ਕਈ ਵਾਰ ਪਸਰਿਓ ਪਾਸਾਰ, ਕਈ ਵਾਰ ਇਹ ਬ੍ਰਹਿਮੰਡ ਉਸ ਪਰਮਾਤਮਾ ਨੇ ਪੈਦਾ ਕੀਤਾ ਹੈ ਤੇ ਕਈ ਵਾਰ ਹੀ ਇਸ ਨੂੰ ਫੇਰ ਨਾਸ਼ ਕੀਤਾ ਹੈ, ਆਪਣੇ ਆਪ ਵਿੱਚ ਸਮਾਇਆ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਸਰਗੁਣ ਸਰੂਪ ਦੇ ਵਿੱਚ ਉਸ ਠਾਕੁਰ ਦੇ, ਉਸ ਅਕਾਲ ਪੁਰਖ ਦੇ ਅਗਣਤ ਗੁਣ ਹਨ, ਜਿਨ੍ਹਾਂ ਨੂੰ ਇਹ ਜੀਭਾ ਜਿਹੜੀ ਹੈ ਉਹ ਬਿਆਨ ਨਹੀਂ ਕਰ ਸਕਦੀ। ਮਨੋ ਮੋਹੇ ਅਨਾਥ ਤੁਮਰੀ ਸਰਣਾਈ, ਇਹ ਸਤਿਗੁਰੂ ਜੀ ਗੁਰਬਾਣੀ ਵਿੱਚ ਫਰਮਾਉਂਦੇ ਹਨ, ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀਜੈ ਸਤ ਨਮਸਕਾਰ। ਜੋ ਠਾਕੁਰ, ਜੋ ਪ੍ਰਮਾਤਮਾ ਦੇ ਗੁਣਾਂ ਦਾ ਅਸੀਂ ਬਿਆਨ ਨਹੀਂ ਕਰ ਸਕਦੇ, ਪਾਰਾਵਾਰ ਨਹੀਂ ਪਾ ਸਕਦੇ, ਸਤਿਗੁਰੂ ਜੀ ਕਹਿੰਦੇ ਫਿਰ ਐਸੇ ਠਾਕੁਰ ਦੀ ਸ਼ਰਨ ਦੇ ਵਿੱਚ ਪੈ ਜਾਣਾ ਚਾਹੀਦਾ ਹੈ। ਜਿਹਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਚੱਲ ਸਕਦਾ, ਉਹਨੂੰ ਫਿਰ ਨਮਸਕਾਰ ਕਰਨੀ ਚਾਹੀਦੀ ਹੈ, ਉਹਦੀ ਸ਼ਰਨ ਵਿੱਚ ਪੈਣਾ ਚਾਹੀਦਾ ਹੈ। ਉਸ ਫਿਰ ਠਾਕੁਰ ਦੀ ਓਟ, ਆਸਰਾ ਤੇ ਕਿਰਪਾ ਜਿਹੜੀ ਹੈ ਉਹ ਪ੍ਰਾਪਤ ਕਰਨ ਲਈ ਯਤਨ ਕਰਨਾ ਚਾਹੀਦਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਕਿ ਮੋਹੇ ਅਨਾਥ, ਕਿ ਹੇ ਪਰਮਾਤਮਾ, ਮੈਂ ਤਾਂ ਤੇਰੇ ਤੋਂ ਬਿਨਾਂ ਅਨਾਥ ਹਾਂ, ਭਾਵ ਕਿ ਤੇਰੇ ਤੋਂ ਬਿਨਾਂ ਮੇਰਾ ਕੋਈ ਵਾਲੀ ਵਾਰਸ ਨਹੀਂ ਹੈ। ਤੁਮਰੀ ਸ਼ਰਨਾਈ, ਤੇ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ। ਕਰ ਕਿਰਪਾ ਹਰ ਚਰਨ ਤੇ ਆਈ। ਤੇ ਸਤਿਗੁਰੂ ਜੀ ਕਹਿੰਦੇ ਕਿ ਹੁਣ ਸ਼ਰਨ ਆਇਆ ਵੀ ਇਹ ਸੱਚੇ ਪਾਤਸ਼ਾਹ ਤੋਂ ਲਾਜ ਰੱਖਣੀ, ਕਿਰਪਾ ਕਰੋ ਕਿ ਅਸੀਂ ਉਸ ਪਰਮਾਤਮਾ ਦੇ ਨਾਮ ਰੂਪੀ ਚਰਨਾਂ ਨੂੰ ਧਿਆਈਏ, ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਈਏ, ਨਾਮ ਨਾਲ ਜੁੜ ਜਾਈਏ। ਦਇਆ ਕਰੋ ਬਸੋ ਮਨ ਆਏ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਪਰਮਾਤਮਾ ਦਇਆ ਕਰੋ, ਤਰਸ ਕਰੋ ਸਾਡੇ ਜੀਵਾਂ ਦੇ ਉੱਤੇ, ਸਾਡੇ ਮਨ ਦੇ ਵਿੱਚ ਆ ਕੇ ਵਸਣਾ ਕਰੋ, ਆਪਣੀ ਜੋਤ ਦਾ ਪ੍ਰਕਾਸ਼ ਕਰਨਾ ਕਰੋ। ਕਿਉਂਕਿ ਜਿਸ ਦੇ ਅੱਗੇ ਫਿਰ ਚਾਰਾ ਨਹੀਂ ਹੈ, ਉਸ ਨੂੰ ਅਸੀਂ ਧੱਕੇ ਦੇ ਨਾਲ ਜਾਂ ਜ਼ੋਰ ਦੇ ਨਾਲ ਪ੍ਰਾਪਤ ਨਹੀਂ ਕਰ ਸਕਦੇ। ਉਹ ਤਾਂ ਫਿਰ ਉਸ ਪਰਮਾਤਮਾ ਦੀ ਮਰਜ਼ੀ ਦੇ ਉੱਤੇ ਹੈ ਕਿ ਉਸਨੇ ਕਿਸ ਦੇ ਉੱਤੇ ਕਿਰਪਾ ਕਰਨੀ। ਅਸੀਂ ਤਾਂ ਕੇਵਲ ਬੇਨਤੀ ਕਰ ਸਕਦੇ ਹਾਂ, ਨਿਮਾਣੇ ਸਿੱਖ ਬਣ ਕੇ ਗਲ ਵਿੱਚ ਪੱਲਾ ਪਾ ਕੇ ਉਸ ਪਰਮਾਤਮਾ ਦੇ ਅੱਗੇ ਅਰਜ਼ੋਈ ਕਰ ਸਕਦੇ ਹਾਂ। ਜੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਕਰ ਰਹੇ ਹਨ ਕਿ ਸਾਨੂੰ ਸਮਝਾਉਂਦੇ ਹਨ, ਉਪਦੇਸ਼ ਦਿੰਦੇ ਹਨ ਕਿ ਭਾਈ ਨਿਮਾਣਾ ਹੋ ਕੇ, ਨਿਤਾਣਾ ਹੋ ਕੇ ਉਸ ਅੱਗੇ ਇਹ ਅਰਦਾਸ ਕਰਨੀ ਹੈ ਕਿ ਇਹ ਸੱਚੇ ਪਾਤਸ਼ਾਹ ਦਇਆ ਕਰੋ, ਬਸੋ ਮਨ ਆਏ, ਕਿਰਪਾ ਕਰਕੇ ਮੇਰੇ ਮਨ ਦੇ ਵਿੱਚ ਆ ਕੇ ਵਸ ਜਾਓ।
पर असी ਜਦੋਂ गुरु के अगे आते हाँ तो दुनियावी धन दौलत मंगते हाँ, घर की सुख शांति मंगते हाँ, अपने बच्चों की भलाई तरक्की दीआं अरदासां करते हैं। पर सतगुरु जी कहते हैं मांगना मांगण दी का हर जस गुर ते मांगना। सतगुरु जी कहते हे भाई जे तू गुरु तो कुछ मंगना है तो की मंगना चंगा है? उस परमात्मा का जस, उस परमात्मा की कीर्ति, उस परमात्मा का नाम, ये मंगया कर। ये मंगना सब तो उत्तम है। जे ये मिल गया तो ਜਿਹੜੀਆਂ बाकी दुनियावी पदार्थ हैं, छोटिया छोटिया लोड़ां हैं जिन्हां पिछे तू भज्जा फिरदा है, वो तो अपने आप ही तेरी झोली दे विच पै जाएगी जे तेरे पास नाम आ गया। तो सतगुरु जी कहते हैं कि हे सतगुरु जी कृपा करो, दया करो, साडे मन दे विच अपने नाम का प्रकाश करो, मन विच वसना करो। मोहे निर्गुण लीजै लड़ लाए। जिथे सतगुरु जी उस परमात्मा नूं अगंत गुणां दा मालक दसदे हैं ते अपने आप को सतगुरु जी कहते हैं कि मोहे निर्गुण, मैं गुणा तो हीन हाँ। समझाते हैं सानू कि जदों भी गुरु घर में जाना है तो मन में किसी किस्म की हौमे नूं लैके नहीं जाना। जदों गुरु अगे बेनती करनी है, अरजोई करनी है, तो अपने आप को ये नहीं समझना कि मैं तो बड़े गुणा वाला हाँ या मैं बड़ा चंगा हाँ, बल्कि यही कहना है कि सतगुरु जी हम अवगुण भरे, एक गुण ना कि सच्चे पातशाह साडे विच तां एक भी गुण नहीं है। अवगुणा दे भरे हुए हाँ, माया मोह बिखै बिख खाई ते माया के मोह विच फसे हुए जहर खा रहे। यो बेनती करनी है तो सतगुरु जी भी ये बेनती कर रहे हैं उस काल पुरख के चरणों में अज के शब्द में कि मोहे निर्गुण मैनू निर्गुण नूं लीजे लड़ लाए। अपने लड़ ला लो, अपने नाल जोड़ लो, अपने चरणों की प्रीति जिहड़ी है वो बख्शिश करो। रहाओ रहाओ का विश्राम दे के सतगुरु जी अगे फरमाउंदे हैं प्रभ चित आवै तां कैसी भीड़। सतगुरु जी कहते हैं कि जे असी गुरु की कृपा के पात्र बन जाइए, गुरु साडे ते कृपा कर देवे ते साडे चित्त विच उस परमात्मा का नाम वस जाए तो फिर की होएगा? प्रभ चित आवै तां कैसी भीड़। जे परमात्मा चित्त दे विच वसिया होवे, परमात्मा चित्त दे विच होवे साडे, ते फिर उस गुरमुख प्यारे दे उस परमात्मा के भगत के उत्ते कोई भी भीड़, कोई भी विपता, कोई भी दुख जिहड़ा है वो आ नहीं सकता। परमात्मा आउण नहीं दिंदा, परमात्मा बल बख्श दिंदा है, साधन बख्श दिंदा है उस जीव नूं उस भीड़ का सामना करन दा, मुकाबला करन दा, उस विचों निकल जाण दा, उस उत्ते जित पा लैण दा बल वो परमात्मा बख्श दिंदा है। ते सतगुरु जी कहते कि ये परमात्मा जिहदे तू चित्त विच वसिया है उसनूं कैसी भीड़ है। जाम गुरु होए वल धने क्या गार भतीजे, जाम गुरु होए वल लख बाही क्या किजे। कहते जिहदे वल फिर गुरु हो जाए, परमात्मा हो जाए, ਉਹਦੇ मन में किसी तरह का गुमान नहीं आता, धन का हंकार नहीं आता। जाम गुरु होए वल लख बाहे क्या कीजे, लखां बाहां भावें ਉਹਦੇ ਵੱਲ ਨੂੰ फौजां चढ़ के आ जाण, वो भी उस परमात्मा के प्यारे का जवाल विंगा नहीं कर सकते जिहदे वल गुरु हो जाए, जिहदे वल परमात्मा जी के चित्त विच वस जाए। तां ही तो गुरमुख प्यारे एक एक सिख जिहड़ा है वो सवा लाख फौजां दे नाल लड़िया। भाई बचित्र सिंह वर्गे बहादुर होए जिन्हां ने हाथी का मुकाबला किया ते इक्को नागणी दे वार नाल जिहड़ा हाथी सी
ਉਸ ਨੂੰ ਜ਼ਖਮੀ ਕਰਕੇ ਪਿਛਾਂਹ ਮੋੜ ਦਿੱਤਾ। ਬਾਬਾ ਬਿਧੀ ਚੰਦ ਜੀ ਵਰਗੇ, ਬਾਬਾ ਬੰਦਾ ਸਿੰਘ ਬਹਾਦਰ ਵਰਗੇ, ਜਿਨ੍ਹਾਂ ਦਾ ਲੱਖਾਂ ਫੌਜਾਂ ਕੁਝ ਨਾ ਵਿਗਾੜ ਸਕੀਆਂ, ਕਿਉਂਕਿ ਗੁਰੂ ਉਹਨਾਂ ਵੱਲ ਸੀ, ਉਹਨਾਂ ਦੇ ਚਿੱਤ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਵਸਿਆ ਸੀ। ਭਾਈ ਤਾਰੂ ਸਿੰਘ ਜੀ, ਕਿਤਨਾ ਜ਼ੋਰ ਲਾਇਆ ਜ਼ਾਲਮ ਨੇ ਕਿ ਉਹਨਾਂ ਨੂੰ ਸਿੱਖੀ ਤੋਂ ਡਲਾਇਆ ਜਾ ਸਕੇ, ਪਰ ਨਹੀਂ ਡਲਾ ਸਕੇ। ਭਾਈ ਮਣੀ ਸਿੰਘ ਜੀ ਬੰਦ-ਬੰਦ ਕੱਟੇ ਗਏ, ਪਰ ਉਹਨਾਂ ਦੇ ਮੁਖ ਤੋਂ ਸੀ ਨਹੀਂ ਉੱਜੜੀ। ਸੋ ਇਹ ਅਵਸਥਾ ਹੋ ਜਾਂਦੀ ਹੈ ਜਦੋਂ ਪ੍ਰਮਾਤਮਾ ਚਿੱਤ ਵਿੱਚ ਆ ਕੇ ਵਸ ਜਾਂਦਾ ਹੈ। ਜਦੋਂ ਗੁਰੂ ਤੁਹਾਡੇ ਵੱਲ ਹੋ ਜਾਂਦਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਫਿਰ ਕਿਹੋ ਜਿਹੀ ਭੀੜ, ਇਹ ਦੁਨੀਆ ਦੇ ਦੁੱਖ ਵਿਪਤਾ ਫਿਰ ਉਸ ਵਿਅਕਤੀ ਵਾਸਤੇ ਕੁਝ ਮਾਇਨੇ ਨਹੀਂ ਰੱਖਦੇ। ਉਹ ਜੀਵ ਹੱਸਦਾ ਹੋਇਆ ਇਹਨਾਂ ਨੂੰ ਜਿੱਤ ਲੈਂਦਾ ਹੈ, ਇਹਨਾਂ ਤੋਂ ਪਾਰ ਪਾ ਲੈਂਦਾ ਹੈ। ਹਰ ਸੇਵਕ ਨਾਹੀ ਜਮ ਪੀੜ। ਇਹ ਤਾਂ ਅਸੀਂ ਦੁਨਿਆਵੀ ਭੀੜ ਦੀ ਗੱਲ ਕੀਤੀ ਸੀ ਇਸ ਪੰਕਤੀ ਦੇ ਸਤਿਗੁਰੂ ਜੀ ਨੇ, ਕਿ ਦੁਨੀਆ ਦੇ ਵਿੱਚ ਰਹਿੰਦੇ ਹੋਏ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਨਹੀਂ ਆਉਣ ਦਿੰਦਾ ਉਹ ਪਰਮਾਤਮਾ। ਫੌਜਾਂ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦੀਆਂ ਜਿਹਦੇ ਚਿੱਤ ਵਿੱਚ ਪਰਮਾਤਮਾ ਹੋ। ਤੇ ਪ੍ਰਲੋਕ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਹਨ ਕਿ ਹਰੀ ਦੇ ਸੇਵਕ ਨੂੰ ਜਮਾਂ ਦੀ ਪੀੜ ਵੀ ਨਹੀਂ ਪਹੁੰਚਦੀ। ਜਮ ਵੀ ਜਿਹੜੇ ਹਨ ਉਹ ਪਰਮਾਤਮਾ ਦੇ ਪਿਆਰਿਆਂ ਤੋਂ ਡਰਦੇ ਹਨ, ਉਸ ਦੇ ਨੇੜੇ ਨਹੀਂ ਆਉਂਦੇ। ਤੇ ਬੰਦ ਖਲਾਸੀ ਫਿਰ ਇਸ ਜੀਵ ਦੀ ਹੋ ਜਾਂਦੀ ਹੈ। ਸਰਬ ਦੁੱਖ ਹਰ ਸਿਮਰਤ ਨਸੇ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਸਾਰੇ ਹੀ ਦੁੱਖ ਇਸ ਲੋਕ ਦੇ ਪਰਲੋਕ ਦੇ ਉਸ ਜੀਵ ਦੇ ਫਿਰ ਨਸ ਜਾਂਦੇ ਹਨ, ਖੰਭ ਲਾ ਕੇ ਉੱਡ ਜਾਂਦੇ ਹਨ, ਭੱਜ ਜਾਂਦੇ ਹਨ। ਕਿਉਂਕਿ ਸਰਬ ਰੋਗ ਕਾ ਔਖਦ ਨਾਮ। ਸਾਰੇ ਹੀ ਰੋਗਾਂ ਦਾ, ਦੁੱਖਾਂ ਦਾ ਦਾਰੂ ਕੀ ਹੈ? ਉਸ ਪਰਮਾਤਮਾ ਦਾ ਨਾਮ, ਜਿਸ ਨੂੰ ਜਪ ਕੇ, ਜਿਸ ਨਾਲ ਜੁੜ ਕੇ ਸਾਰੇ ਹੀ ਦੁੱਖ ਇਸ ਜੀਵ ਦੇ ਦੂਰ ਹੋ ਜਾਂਦੇ ਹਨ। ਜਾ ਕੈ ਸੰਗ ਸਦਾ ਪ੍ਰਭ ਵਸੈ। ਤੇ ਸਤਿਗੁਰੂ ਜੀ ਕਹਿੰਦੇ ਹਨ ਜਿਸ ਦੇ ਨਾਲ, ਜਿਸ ਦੇ ਸੰਗ ਉਹ ਪਰਮਾਤਮਾ ਸਦਾ ਵਸਦਾ ਹੈ। ਪ੍ਰਭ ਕਾ ਨਾਮ ਮਨ ਤਨ ਆਧਾਰ। ਫਿਰ ਉਸ ਜੀਵ ਦੇ ਮਨ ਤੇ ਤਨ ਦਾ ਆਧਾਰ, ਆਸਰਾ ਉਹ ਨਾਮ ਬਣ ਜਾਂਦਾ ਹੈ। ਤੇ ਦੂਸਰੇ ਪਾਸੇ ਜਿਹੜੇ ਗੁਰੂ ਤੋਂ ਬੇਮੁਖ ਹਨ ਉਹ ਦੁਨੀਆ ਦੇ ਆਸਰੇ ਲੱਭਦੇ ਹਨ। ਉਹ ਧਨ ਦੌਲਤ ਨੂੰ ਇਕੱਤਰ ਕਰਦੇ ਹਨ ਕਿ ਅੰਤ ਸਮੇਂ ਸਾਡੇ ਕੰਮ ਆਵੇਗੀ। ਧੀਆਂ ਪੁੱਤਰਾਂ ਤੇ ਮਾਣ ਕਰਦੇ ਹਨ ਕਿ ਸਾਡੇ ਪੁੱਤਰ ਹਨ, ਧੀਆਂ ਹਨ, ਇਹ ਸਾਨੂੰ ਸਾਂਭਣਗੇ। ਪਰ ਸਤਿਗੁਰੂ ਜੀ ਕਹਿੰਦੇ ਜਿਹਦੇ ਹਿਰਦੇ 'ਚ ਪ੍ਰਮਾਤਮਾ ਦਾ ਨਾਮ ਵਸ ਗਿਆ, ਉਹਨਾਂ ਦਾ ਫਿਰ ਆਸਰਾ ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਨਾਮ ਹੀ ਹੁੰਦਾ ਹੈ। ਬਿਸਰਤ ਨਾਮ ਹੋਵਤ ਤਨ ਛਾਰ। ਤੇ ਕਹਿੰਦੇ ਜਿਹੜੇ ਉਸ ਪਰਮਾਤਮਾ ਦੇ ਨਾਮ ਨੂੰ ਭੁੱਲ ਜਾਂਦੇ ਹਨ, ਹਰ ਬਿਸਰਤ ਸਦਾ ਖੁਆਰੀ। ਤਾਕੋ ਧੋਖਾ ਕਹਾਂ ਵਿਆਪੇ ਜਾਕੋ ਓਟ ਤੁਹਾਰੀ। ਜਿਹੜਾ ਉਸ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਉਹ ਫਿਰ ਖੁਆਰ ਹੁੰਦਾ ਹੈ, ਖੱਜਲ ਹੁੰਦਾ ਹੈ, ਦੁੱਖ ਉਸ ਨੂੰ ਸਹਿਣੇ ਪੈਂਦੇ ਹਨ। ਜਿਹੜਾ ਉਸ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਤੇ ਭੁੱਲਦਾ ਕਦੋਂ ਹੈ? ਜਦੋਂ ਮਾਇਆ ਦੇ ਮੋਹ ਵਿੱਚ ਪੈ ਜਾਂਦਾ ਹੈ, ਉਦੋਂ ਪਰਮਾਤਮਾ ਦਾ ਨਾਮ ਵਿਸਰਦਾ ਹੈ। ਫਿਰ ਇਹ ਮਾਇਆ ਮਿੱਠੀ ਲੱਗਣ ਲੱਗ ਪੈਂਦੀ ਹੈ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ हे ਭਾਈ, ਉਸ ਪਰਮਾਤਮਾ ਦੇ ਨਾਮ ਦਾ ਆਸਰਾ ਤੱਕ ਜਿੰਨੇ ਤੈਨੂੰ ਇਸ ਲੋਕ ਤੇ ਪਰਲੋਕ ਵਿੱਚ ਪਹੁੰਚਾਉਣਾ, ਤੇ ਦੁਨੀਆ ਦੇ ਆਸਰੇ ਛੱਡ, ਇਹਨਾਂ ਆਸਰਿਆਂ ਨੇ ਤੈਨੂੰ ਜਿਹੜਾ ਹੈ ਖੱਜਲ ਖਰਾਬ ਕਰਨਾ ਹੈ, ਤੇਰਾ ਨੁਕਸਾਨ ਕਰਨਾ ਹੈ, ਤੈਨੂੰ ਦੁੱਖਾਂ ਦੇ ਵਿੱਚ ਜਿਹੜਾ ਪਾ ਦੇਣਾ ਹੈ। ਪ੍ਰਭ ਚਿਤ ਆਏ ਪੂਰਨ ਸਭ ਕਾਜ। ਕਿਉਂਕਿ ਇਸ ਜੀਵ ਨੂੰ ਲੱਗਦਾ ਹੈ ਕਿ ਮੈਂ ਆਪਣੀ ਚੰਗੀ ਪਹੁੰਚ ਬਣਾ ਲਵਾਂ ਤਾਂ ਜੋ ਮੇਰੇ ਕੰਮ ਕਾਜ, ਦੁਨਿਆਵੀ ਕਾਜ
ਸੌਖੇ ਹੋ ਜਾਣ। ਮੇਰੀ ਕਿਸੇ MLA ਦੇ ਨਾਲ ਗੱਲਬਾਤ ਹੋ ਜਾਵੇ, ਕਿਸੇ DC ਦੇ ਨਾਲ ਪਹੁੰਚ ਹੋ ਜਾਵੇ, ਕਿਸੇ ਹੋਰ ਉੱਚੇ ਤੋਂ ਉੱਚੇ ਵਿਅਕਤੀ ਤੱਕ ਪਹੁੰਚ ਹੋ ਜਾਵੇ, ਆਸਰਾ ਤੱਕਦਾ ਹੈ ਜੀ, ਤਾਂ ਜੋ ਲੋੜ ਪਵੇ ਤੇ ਮੈਂ ਆਪਣੇ ਕੰਮ ਉਸ ਕੋਲੋਂ ਕਰਵਾ ਸਕਾਂ। ਇਸੇ ਵਾਸਤੇ ਇਹ ਜੀ ਭੱਜਾ ਫਿਰਦਾ ਹੈ। ਮੇਰੇ ਕੋਲੇ ਪੈਸਾ ਹੋਵੇ ਤੇ ਮੈਂ ਪੈਸਾ ਦੇ ਕੇ ਆਪਣਾ ਕੰਮ ਕਰਵਾ ਲਵਾਂ। ਇਸ ਤਰ੍ਹਾਂ ਇਹ ਦੁਨੀਆ ਦੇ ਆਸਰੇ ਜੀਵ ਤੱਕਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਇਹ ਆਸਰਿਆਂ ਦੇ ਪਿੱਛੇ ਲੱਗ ਕੇ ਇਹ ਮਨੁੱਖ ਖੁਆਰ ਹੁੰਦਾ ਹੈ। ਪਰ ਜੇ ਪਰਮਾਤਮਾ ਦੇ ਨਾਮ ਦਾ ਆਸਰਾ ਤੱਕ ਲਵੇ ਤਾਂ ਸਤਿਗੁਰੂ ਜੀ ਕਹਿੰਦੇ ਹਨ, ਪ੍ਰਭ ਚਿਤ ਆਏ ਪੂਰਨ ਸਭ ਕਾਜ, ਫਿਰ ਨਵ ਨਿੱਤੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਬਸਾਈ। ਜਿਹੜਾ ਸਦਾ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਫਸਾ ਲੈਂਦਾ ਹੈ, ਫਿਰ ਇਹ ਰਿੱਧੀਆਂ ਸਿੱਧੀਆਂ ਉਸ ਜੀਵ ਦੇ ਪਿੱਛੇ ਲੱਗੀਆਂ ਫਿਰਦੀਆਂ। ਇਹ ਕੰਮ ਕਾਜ ਉਸ ਜੀਵ ਦੇ ਆਪਣੇ ਆਪ ਹੀ, ਉਹ ਪਰਮਾਤਮਾ ਇਹ ਕਾਜ ਆਪ ਕਰਦਾ ਹੈ। ਉਹ ਪਰਮਾਤਮਾ ਆਪ ਵਿੱਚ ਵਰਤ ਕੇ ਸਾਰੇ ਕਾਰਜ ਜਿਹੜੇ ਹੈ ਉਹਨਾਂ ਨੂੰ ਨੇਪਰੇ ਚਾੜਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਦਾ ਆਸਰਾ ਤੱਕੀਏ, ਉਸ ਪਰਮਾਤਮਾ ਦੀ ਓਟ ਲਈਏ ਤੇ ਸਾਡੇ ਕਿਸੇ ਕੰਮ ਦੇ ਵਿੱਚ ਕਦੇ ਵੀ ਕੋਈ ਵਿਘਨ ਜਿਹੜਾ ਨਹੀਂ ਪੈ ਸਕਦਾ, ਜੇ ਸਦਾ ਸਾਡੇ ਚਿੱਤ ਦੇ ਵਿੱਚ ਉਹ ਪਰਮਾਤਮਾ ਹੋਵੇਗਾ। ਹਰ ਬਿਸਰਤ ਸਭ ਕਾ ਮੁਹਤਾਜ, ਤੇ ਕਹਿੰਦੇ ਜੇ ਹਰੀ ਪਰਮਾਤਮਾ ਨੂੰ ਭੁੱਲ ਗਿਆ ਤੇ ਫਿਰ ਸਾਰਿਆਂ ਦੀ ਮੁਤਾਜ ਹੋਣਾ ਪਵੇਗਾ। ਸਾਰਿਆਂ ਦੀ ਮੁਤਾਜਗੀ ਝੱਲਣੀ ਪਵੇਗੀ, ਸਾਰਿਆਂ ਦੇ ਥੱਲੇ ਲੱਗਣਾ ਪਵੇਗਾ, ਕਿਉਂਕਿ ਪਿੱਛੇ ਪਿੱਛੇ ਫਿਰਨਾ ਪਵੇਗਾ। ਅਗਲਾ ਜਿਸ ਤਰ੍ਹਾਂ ਕਹੇਗਾ ਉਸ ਤਰ੍ਹਾਂ ਕਰਨਾ ਪਵੇਗਾ, ਜਿੱਥੇ ਬਿਠਾਏਗਾ ਉੱਥੇ ਬੈਠਣਾ ਪਏਗਾ, ਫੇਰ ਹੀ ਸਾਨੂੰ ਕੋਈ ਕੰਮ ਦੇਗਾ। ਤੇ ਸਤਿਗੁਰੂ ਜੀ ਕਹਿੰਦੇ ਇਹਦੇ ਨਾਲੋਂ ਚੰਗਾ ਹੈ ਕਿ ਇੱਕ ਪਰਮਾਤਮਾ ਦੇ ਨਾਲ ਜੁੜੀਏ, ਤਾਂ ਜੋ ਸਾਨੂੰ ਕਿਸੇ ਦੀ ਮੁਤਾਜਗੀ ਨਾ ਰਵੇ, ਕਿਸੇ ਦੀ ਅਧੀਨਗੀ ਨਾ ਰਵੇ। ਇਸੇ ਕਰਕੇ ਤਾਂ ਸਤਿਗੁਰੂ ਜੀ ਨੇ ਖਾਲਸਾ ਪੰਥ ਨੂੰ ਇਤਨੀ ਚੜ੍ਹਦੀ ਕਲਾ ਵਾਲਾ ਸਾਜਿਆ ਹੈ। ਖਾਲਸੇ ਨੂੰ ਸਤਿਗੁਰੂ ਜੀ ਨੇ ਇਸੇ ਕਰਕੇ ਤੇ ਕਿਹਾ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਜਬ ਲਕ ਖਾਲਸਾ ਰਹੇ ਨਿਆਰਾ ਤਬ ਲਕ ਤੇਜ ਦੇਉ ਮੈਂ ਸਾਰਾ, ਜਾਬੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪੱਤੀ। ਇਸੇ ਕਰਕੇ ਖਾਲਸੇ ਨੂੰ ਸਤਿਗੁਰੂ ਜੀ ਨੇ ਇੰਡੀਪੈਂਡੈਂਟ ਆਪਣੇ ਪੈਰਾਂ ਤੇ ਉਸ ਅਕਾਲ ਪੁਰਖ ਦਾ ਰੂਪ ਸਾਜਿਆ ਹੈ, ਆਪਣਾ ਰੂਪ ਸਾਜਿਆ ਹੈ, ਤਾਂ ਜੋ ਸਾਡੀ ਜਿਹੜੀ ਮੁਤਾਜਗੀ ਹੈ ਉਹ ਖਤਮ ਹੋ ਜਾਵੇ। ਅਸੀਂ ਕਿਸੇ ਰਾਜੇ ਦੇ, ਕਿਸੇ ਸਰਕਾਰ ਦੇ, ਕਿਸੇ ਅਫਸਰ ਦੇ, ਕਿਸੇ ਮੰਤਰੀ ਦੇ ਮੁਤਾਜ ਨਾ ਹੋਈਏ, ਬਲਕਿ ਅਸੀਂ ਉਸ ਪਰਮਾਤਮਾ ਦੇ ਮੁਤਾਜ ਹੋਈਏ। ਔਰ ਖਾਲਸਾ ਜਿਹੜਾ ਹੈ ਉਹ ਖੁਦ ਖੁਦਾ ਹੈ, ਉਸ ਪਰਮਾਤਮਾ ਦਾ ਰੂਪ ਹੈ। ਪਰ ਤਾਂ ਜੇ ਇਹ ਨਿਆਰਾ ਹੋਵੇਗਾ, ਜੇ ਇਹ ਰਹਿਤ ਦਾ ਧਾਰਨੀ ਹੋਵੇਗਾ, ਜਿਸ ਦੇ ਹਿਰਦੇ ਦੇ ਵਿੱਚ ਪ੍ਰਭੂ ਵਸਿਆ ਹੋਵੇਗਾ, ਫਿਰ ਉਹ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਇਹਨਾਂ ਵਿੱਚ ਹਾਜ਼ਰ ਨਾਜ਼ਰ ਹੋਵਾਂਗਾ ਤੇ ਹਰ ਥਾਂ ਤੇ ਸਹਾਈ ਹੋਵਾਂਗਾ। ਪਰ ਜੇ ਗੁਰੂ ਵੱਲੋਂ ਮੁੱਖ ਪਾਸੇ ਕਰਕੇ ਤੇ ਹੋਰ ਨਾਲ ਲੋਕਾਂ ਪਿੱਛੇ ਭੱਜੇ ਫਿਰੇ ਤੇ ਸਤਿਗੁਰੂ ਜੀ ਕਹਿੰਦੇ ਫਿਰ ਮੈਂ ਤੁਹਾਡੀ ਪ੍ਰਤੀਤ ਨਹੀਂ ਕਰਾਂਗਾ, ਫਿਰ ਮੈਂ ਤੁਹਾਡੀ ਸਾਰ ਨਹੀਂ ਲਵਾਂਗਾ, ਫਿਰ ਤੁਹਾਨੂੰ ਖੱਜਲ ਹੋਣਾ ਪਵੇਗਾ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਹਰੀ ਨੂੰ ਵਿਸਰ ਕੇ ਸਦਾ ਹੀ ਖੁਆਰੀ ਹਾਸਲ ਹੁੰਦੀ ਹੈ, ਅਧੀਨਗੀ ਹਾਸਲ ਹੁੰਦੀ ਹੈ, ਮੁਤਾਜਗੀ ਹਾਸਲ ਹੁੰਦੀ ਹੈ। ਤੇ ਇਹ ਭਾਈ, ਜੇ ਤੂੰ ਸੁਤੰਤਰਤਾ ਚਾਹੁੰਦਾ ਹੈ, ਜੇ ਤੂੰ ਚਾਹੁੰਦਾ ਹੈ ਕਿ ਕਿਸੇ ਦੀ ਅਧੀਨਗੀ ਨਾ ਕਰਨੀ ਫਿਰੇ ਪਵੇ ਤੈਨੂੰ, ਤੇ ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਨੂੰ ਆਪਣੇ ਚਿੱਤ ਵਿੱਚ ਵਸਾ ਲੈ। ਚਰਨ ਕਮਲ ਸੰਗ ਲਾਗੀ ਪ੍ਰੀਤ, ਸਤਿਗੁਰੂ ਜੀ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਸ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਪ੍ਰੀਤ ਲੱਗ ਗਈ ਹੈ। ਜਿਵੇਂ ਇਸ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਜੋ 52 ਰਾਜੇ ਕੈਦ ਸਨ, ਉਹ ਜਾਂ ਹੀ ਉਹਦੇ ਅਧੀਨ ਸਨ, ਉਸ ਦੀ ਕੈਦ ਵਿੱਚ ਸਨ, ਉਸ ਦੇ ਮੁਤਾਜ ਸਨ ਤੇ ਉਸਨੇ ਉਹਨਾਂ ਨੂੰ ਰੋਟੀ ਤੋਂ ਵੀ ਮੁਤਾਜ ਕਰਕੇ ਰੱਖਿਆ ਸੀ। ਕਹਿੰਦੇ ਭੁੱਖਾ ਰੱਖਦਾ ਸੀ ਉਹਨਾਂ ਨੂੰ ਕਈ ਦਿਨ, ਤੇ ਬਹੁਤ ਥੋੜਾ ਪ੍ਰਸ਼ਾਦਾ ਛਕਣ ਵਾਸਤੇ ਦਿੰਦਾ ਸੀ। ਇਤਨੇ ਬੇਬਲ ਤੇ ਇਤਨੇ ਬੇਆਸਰਾ ਸਨ ਉਹ ਰਾਜੇ। ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਵਿੱਚ ਆ ਗਏ, ਗੁਰੂ ਦੇ ਚਰਨਾਂ ਨਾਲ ਉਹਨਾਂ ਨੇ ਪ੍ਰੀਤ ਲਾ ਲਈ, ਤੇ ਫਿਰ ਸਤਿਗੁਰੂ ਜੀ ਨੇ ਉਹਨਾਂ ਦੀ ਜਿਹੜੀ ਮੁਤਾਜਗੀ ਸੀ, ਉਹਨਾਂ ਦੀ ਜਿਹੜੀ ਕੈਦ ਸੀ, ਜਿਹੜੀ ਅਧੀਨਗੀ ਸੀ ਜਹਾਂਗੀਰ ਦੀ, ਉਹ ਖਤਮ ਕਰਵਾ ਦਿੱਤੀ ਤੇ ਆਪਣੇ ਨਾਲ ਉਹਨਾਂ ਨੂੰ ਇੱਥੋਂ ਲੈ ਕੇ
ਤੇ ਨਿਕਲ ਗਿਆ, ਤੇ ਰਿਹਾ ਕਰਵਾਇਆ, ਤੇ ਬੰਦੀ ਛੋੜ ਸਤਿਗੁਰੂ ਜੀ ਅਖਵਾਏ। ਸੋ ਪ੍ਰੈਕਟੀਕਲ ਉਦਾਹਰਨਾਂ ਸਾਡੇ ਸਾਹਮਣੇ ਹਨ ਗੁਰੂ ਦੀ ਪ੍ਰੀਤ ਦਾ, ਗੁਰੂ ਦੇ ਚਰਨਾਂ ਦੇ ਆਸਰੇ ਦਾ ਜੋ ਫਲ ਪ੍ਰਾਪਤ ਹੁੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਗੁਰੂ ਦੀ ਕਿਰਪਾ ਦੇ ਨਾਲ ਸਾਡੀ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਪ੍ਰੀਤ ਲੱਗ ਗਈ ਹੈ। ਬਿਸਰ ਗਈ ਸਭ ਦੁਰਮਤ ਰੀਤ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਹੁਣ ਸਾਡੀ ਸਾਰੀ ਜਿਹੜੀ ਦੁਰਮਤ, ਭੈੜੀ ਮੱਤ, ਮਨ ਦੀ ਮੱਤ ਉਹ ਵਿਸਰ ਗਈ ਹੈ, ਨਾਸ ਹੋ ਗਈ ਹੈ, ਦੂਰ ਹੋ ਗਈ ਹੈ। ਕਿਉਂਕਿ ਹੁਣ ਇੱਕ ਅਕਾਲ ਪੁਰਖ ਦੀ ਟੇਕ ਜਿਹੜੀ ਹੈ ਉਹ ਮਨ ਨੇ ਧਰ ਲਈ ਹੈ। ਮਨ ਤਨ ਅੰਤਰ ਹਰ ਹਰ ਮੰਤ। ਤੇ ਮਨ ਅਤੇ ਤਨ ਦੇ ਵਿੱਚ ਉਸ ਹਰੀ ਪ੍ਰਮਾਤਮਾ ਦਾ ਨਾਮ ਦਾ ਮੰਤਰ ਜਿਹੜਾ ਹੈ ਉਹ ਵਸ ਗਿਆ ਹੈ। ਨਾਨਕ ਭਗਤਨ ਕੈ ਘਰ ਸਦਾ ਆਨੰਦ। ਤੇ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਵਸ ਜਾਂਦਾ ਹੈ, ਜਿਹੜੇ ਪ੍ਰਮਾਤਮਾ ਦਾ ਆਸਰਾ ਤੱਕ ਲੈਂਦੇ ਹਨ, ਉਹਨਾਂ ਦੀਆਂ ਫਿਰ ਹੋਰ ਦੁਨੀਆ ਦੀਆਂ ਮੁਤਾਜ਼ਗੀਆਂ ਖਤਮ ਹੋ ਜਾਂਦੀਆਂ ਹਨ। ਪ੍ਰਮਾਤਮਾ ਉਹਨਾਂ ਦੀ ਰੱਖਿਆ ਕਰਦਾ ਹੈ ਤੇ ਸਦੀਵੀ ਆਨੰਦ ਫਿਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਵੈਸੇ ਤਾਂ ਸਤਿਗੁਰੂ ਜੀ ਕਹਿੰਦੇ ਹਨ ਆਨੰਦ ਆਨੰਦ ਸਭ ਭੋਗ ਹੈ। ਸਾਰੀ ਦੁਨੀਆ ਹੀ ਕਹਿੰਦੀ ਹੈ ਕਿ ਬੜਾ ਆਨੰਦ ਹੈ। ਕੋਈ ਚੰਗਾ ਭੋਜਨ ਚੱਖਦਾ ਹੈ ਤੇ ਕਹਿੰਦਾ ਆਨੰਦ ਆ ਗਿਆ, ਕੋਈ ਚੰਗੀ ਨੀਂਦ ਲੈਂਦਾ ਹੈ ਤੇ ਕਹਿੰਦਾ ਹੈ ਆਨੰਦ ਆ ਗਿਆ। ਪਰ ਸਤਿਗੁਰੂ ਜੀ ਕਹਿੰਦੇ ਆਨੰਦ ਆਨੰਦ ਕਹਿੰਦੀ ਤੇ ਸਾਰੀ ਦੁਨੀਆ ਹੈ। ਦੁਨੀਆ ਦੇ ਪਦਾਰਥਾਂ ਦਾ ਆਨੰਦ ਕੁਝ ਸਮੇਂ ਲਈ ਤਾਂ ਇਸ ਸੰਸਾਰ ਚੱਕਦਾ ਹੈ, ਪਰ ਕਹਿੰਦੇ ਅਸਲੀ ਆਨੰਦ ਜਿਹੜਾ ਹੈ, ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਉਹ ਅਸਲੀ ਆਨੰਦ ਗੁਰੂ ਤੋਂ ਜਾਣਿਆ ਜਾ ਸਕਦਾ ਹੈ, ਗੁਰੂ ਦੀ ਚਰਨੀ ਪੈ ਕੇ ਜਾਣਿਆ ਜਾ ਸਕਦਾ ਹੈ। ਫਿਰ ਕਿਹੋ ਜਿਹੀ ਵੀ ਅਵਸਥਾ ਦੁਨਿਆਵੀ ਤੌਰ ਤੇ ਕਿਉਂ ਨਾ ਹੋਵੇ, ਉਹ ਮਨੁੱਖ ਦੀ ਆਨੰਦਮਈ ਜਿਹੜੀ ਅਵਸਥਾ ਹੈ, ਆਤਮਿਕ ਆਨੰਦਮਈ ਅਵਸਥਾ ਹੈ, ਉਹ ਕਦੇ ਵੀ ਭੰਗ ਨਹੀਂ ਹੁੰਦੀ। ਉਹ ਆਨੰਦ ਕਦੇ ਵੀ ਖੰਡਿਤ ਨਹੀਂ ਹੁੰਦਾ, ਖਤਮ ਨਹੀਂ ਹੁੰਦਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੱਤੀ ਤਵੀ ਤੇ ਬੈਠ ਗਏ, ਸਿਰ ਵਿੱਚ ਤੱਤੀ ਰੇਤਾ ਪਾਈ ਗਈ, ਥੱਲੇ ਅੱਗ ਬਾਲੀ ਗਈ, ਪਰ ਸਤਿਗੁਰੂ ਜੀ ਕਹਿੰਦੇ ਹਨ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮਾਨੈ। ਕਹਿੰਦੇ ਤੇਰਾ ਕੀਤਾ ਆ ਫਿਰ ਵੀ ਮਿੱਠਾ ਲੱਗਦਾ ਹੈ, ਫਿਰ ਵੀ ਅਸੀਂ ਆਨੰਦ ਵਿੱਚ ਹਾਂ। ਤੱਤੀ ਤਵੀ ਤੇ ਵੀ ਬੈਠ ਗਏ, ਇਹ ਹੈ ਅਸਲ ਆਨੰਦ ਜੋ ਤੱਤੀ ਤਵੀ ਤੇ ਬੈਠ ਕੇ ਵੀ ਬਰਕਰਾਰ ਰਹਿੰਦਾ ਹੈ ਤੇ ਮੁੱਖੋਂ ਇਹੀ ਕਹਿੰਦਾ ਹੈ ਕਿ ਤੇਰਾ ਕੀਆ ਮੀਠਾ ਲੱਗਦਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਮੂਰਾ ਨਾਲ ਨੋਚਿਆ ਗਿਆ, ਉਹਨਾਂ ਦੇ ਪੁੱਤਰ ਦਾ ਕਲੇਜਾ ਉਹਨਾਂ ਦੇ ਮੂੰਹ ਵਿੱਚ ਪਾਇਆ ਗਿਆ, ਪਰ ਉਹ ਫਿਰ ਵੀ ਨਹੀਂ ਡੋਲੇ। ਇਹ ਹੈ ਉਹ ਅਵਸਥਾ ਜਿਹੜੀ ਗੁਰੂ ਤੋਂ ਜਾਣੀ ਜਾ ਸਕਦੀ ਹੈ, ਜੋ ਆਤਮਿਕ ਅਡੋਲਤਾ ਦੀ ਅਵਸਥਾ ਜੋ ਪ੍ਰਾਪਤ ਹੁੰਦੀ ਹੈ, ਜੋ ਕਿਸੇ ਹਾਲਤ ਵਿੱਚ ਵੀ ਖੰਡਿਤ ਨਹੀਂ ਹੁੰਦੀ ਹੈ, ਭਾਵੇਂ ਬੰਦ ਕੱਟੇ ਜਾਣ। ਭਾਈ ਮਨੀ ਸਿੰਘ ਜੀ ਵਾਂਗ, ਭਾਵੇਂ ਭਾਈ ਤਾਰੂ ਸਿੰਘ ਜੀ ਵਾਂਗੂ ਖੋਪਰ ਲੈ ਜਾਵੇ, ਭਾਵੇਂ ਸਵਾ ਲੱਖ ਦੇ ਨਾਲ ਲੜਨਾ ਪੈ ਜਾਵੇ, ਉਹ ਆਨੰਦ ਜਿਹੜਾ ਹੈ ਉਹ ਖਤਮ ਨਹੀਂ ਹੁੰਦਾ। ਭਾਵੇਂ ਠੰਡੇ ਬੁਰਜ ਦੀ ਕੈਦ ਹੋਵੇ, ਛੋਟੇ ਸਾਹਿਬਜ਼ਾਦੇ ਕੈਦ ਸਨ, ਪਰ ਫਿਰ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਸਨ। ਤੇ ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਆਨੰਦ ਹੈ ਫਿਰ ਉਸ ਪਰਮਾਤਮਾ ਦੇ ਭਗਤਾਂ ਦੇ ਹਿਰਦਿਆਂ ਦੇ ਵਿੱਚ ਸਦਾ ਹੀ ਬਣਿਆ ਰਹਿੰਦਾ ਹੈ। ਇਹ ਆਤਮਿਕ ਆਨੰਦ ਜਿਹੜਾ ਹੈ ਉਹ ਚੱਖ ਲੈਂਦੇ ਹਨ। ਸੋ ਆਪਾਂ ਵੀ ਅੱਜ ਦਾ ਜੋ ਸਤਿਗੁਰੂ ਜੀ ਦਾ ਹੁਕਮ ਹੈ, ਜੋ ਮੁੱਖ ਵਾਕ ਹੈ, ਇਸ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਂਦੇ ਹੋਏ ਦੁਨੀਆ ਦੇ ਆਸਰੇ, ਦੁਨਿਆਵੀ ਸੰਤਰੀਆਂ ਮੰਤਰੀਆਂ ਦੇ ਪਿੱਛੇ ਦੀ ਜਿਹੜੀ ਦੌੜ ਹੈ, ਇਸ ਨੂੰ ਛੱਡ ਦਈਏ। ਇਹਨਾਂ ਦੀ ਮੁਤਾਜ਼ਗੀ, ਇਹਨਾਂ ਦੀ ਅਧੀਨਗੀ ਸਾਨੂੰ ਕਰਨ ਦੀ ਕੋਈ ਲੋੜ ਨਹੀਂ ਹੈ। ਜੇ ਅਸੀਂ ਗੁਰੂ ਦੇ ਮੁਤਾਜ ਹੋ ਜਾਈਏ, ਗੁਰੂ ਦੇ ਅਧੀਨ ਆਪਣੇ ਮਨ ਨੂੰ ਕਰ ਦਈਏ, ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਚਿੱਤ ਦੇ ਵਿੱਚ ਵਸਾ ਲਈਏ, ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਜਿਵੇਂ 52 ਕੈਦੀ ਰਾਜਿਆਂ ਨੂੰ ਸਤਿਗੁਰੂ ਜੀ ਇੱਥੋਂ ਰਿਹਾ ਕਰਾਇਆ ਸੀ, ਜਹਾਂਗੀਰ ਦੀ ਮੁਤਾਜ਼ਗੀ, ਅਧੀਨਗੀ ਉਹਨਾਂ ਦੀ ਕੱਟ ਦਿੱਤੀ ਸੀ, ਤੇ ਸਤਿਗੁਰੂ ਜੀ ਸਾਡੀ ਵੀ ਫਿਰ ਕਿਸੇ ਦੀ ਮੁਤਾਜ਼ਗੀ ਦੀ ਸਾਨੂੰ ਵੀ ਲੋੜ ਨਹੀਂ ਪੈਂਦੀ। ਜਿੱਥੇ ਜਾਓਗੇ ਉਸ ਪਰਮਾਤਮਾ ਜਿਹੜਾ ਹੈ ਅੰਗ ਸੰਗ ਸਹਾਈ ਹੋਵੇਗਾ, ਗੁਰੂ ਦੀ ਕਲਾ ਵਰਤੇਗੀ, ਤੇ ਕਾਰਜ ਜਿਹੜੇ ਹਨ ਉਹ ਰਾਸ ਹੋਣਗੇ।
ਸੋ ਗੁਰੂ ਹਰਗੋਬਿੰਦ ਮਹਾਰਾਜ ਜੀ ਕਿਰਪਾ ਕਰਨ। ਉਹਨਾਂ ਦਾ ਇਹ ਪਾਵਨ ਪਵਿੱਤਰ ਸਥਾਨ ਹੈ। ਜਿਸ ਤਰ੍ਹਾਂ ਉਹਨਾਂ ਨੇ 52 ਉਹਨਾਂ ਰਾਜਿਆਂ ਦੀ ਅਧੀਨਗੀ ਖਤਮ ਕੀਤੀ ਸੀ, ਕੈਦ ਖਤਮ ਕੀਤੀ, ਸਤਿਗੁਰੂ ਜੀ ਕਿਰਪਾ ਕਰਨ ਸਾਡੇ ਇੱਥੇ ਵੀ ਮੇਰ ਭਰਿਆ ਹੱਥ ਰੱਖਣ, ਅਸੀਂ ਵੀ ਇਸ ਤਰ੍ਹਾਂ ਦਾ ਉੱਚਾ ਸੁੱਚਾ ਜੀਵਨ ਜੀ ਸਕੀਏ। ਦੁਨਿਆਵੀ ਆਸਿਆਂ ਤੋਂ ਉੱਪਰ ਉੱਠ ਕੇ ਗੁਰੂ ਦੇ ਚਰਨਾਂ ਦਾ ਆਸਰਾ ਲੈ ਸਕੀਏ। ਸਾਡਾ ਇੰਨਾ ਵਿਸ਼ਵਾਸ, ਇੰਨਾ ਭਰੋਸਾ ਗੁਰੂ ਦੇ ਦਰ ਦੇ ਉੱਤੇ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਬਣ ਜਾਵੇ ਤੇ ਸਾਡਾ ਜੀਵਨ ਜਿਹੜਾ ਹੈ ਉਹ ਸਫਲਾ ਹੋ ਸਕੇ। ਸੋ ਇਸ ਦਰ ਦੇ ਉੱਤੇ 4, 5, 6 ਅਕਤੂਬਰ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ 400 ਸਾਲਾ ਬੰਦੀ ਛੋੜ ਦਿਵਸ ਸਰਬੱਤ ਸੰਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ ਔਰ ਸੰਗਤਾਂ ਜਿਸ ਦੀਆਂ ਤਿਆਰੀਆਂ ਦੇ ਵਿੱਚ ਲੱਗੀਆਂ ਹਨ, ਤਨ ਮਨ ਧਨ ਦੇ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਸੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਗੁਰੂ ਘਰ ਦੇ ਵਿੱਚ ਸੇਵਾ ਕਰੀਏ ਤਾਂ ਸਤਿਗੁਰੂ ਜੀ ਸਾਡੇ ਲੋਕ ਸਹੇਲੇ ਤੇ ਪਰਲੋਕ ਵੀ ਜਿਹੜਾ ਹੈ ਸਾਡਾ ਸਵਾਰ ਦੇਣਗੇ। ਇਹਨਾਂ ਕੁਝ ਕਹਿੰਦੇ ਹੋਏ ਖਿਮਾ ਦੇ ਜਾਚਕ ਹਾਂ। ਸਤਿਗੁਰੂ ਦੀ ਮਹਿਮਾ ਅਗਾਧ ਬੋਧ ਹੈ। ਸੀਮਤ ਬੁੱਧੀ ਦੇ ਨਾਲ ਉਸ ਅਗਾਧ ਬੋਧ ਅਕਾਲ ਪੁਰਖ ਦੀ ਬਾਣੀ ਦਾ ਵਿਖਿਆਨ ਕਰਦੇ ਹਾਂ। ਬੇਅੰਤ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਕ ਹਨ। ਗੁਰੂ ਕੀ ਸੰਗਤ ਸਤਿਗੁਰੂ ਦੀ ਬਖਸ਼ਣ ਯੋਗ ਹਨ। ਕਿਰਪਾ ਕਰਕੇ ਬਖਸ਼ ਦੇਣਾ। ਅੱਗੇ ਤੋਂ ਅਰਦਾਸ ਕਰਨੀ, ਸੋਚ ਸਪਸ਼ਟ ਵਿਚਾਰ ਕਰਨੀ, ਜਾਚ ਆ ਜਾਵੇ। ਜੋ ਕਹਿੰਦੇ ਹਾਂ ਉਸ ਤੇ ਧਾਰ ਨਹੀਂ ਹੋ ਸਕੀ। ਸਤਿਗੁਰੂ ਜੀ ਦੇ ਚਰਨਾਂ ਦੇ ਆਸਰੇ ਆਪਣਾ ਜੀਵਨ ਕਰ ਸਕੀਏ। ਇਹਨਾਂ ਕੁਝ ਕਹਿੰਦੇ ਹੋਏ ਖਿਮਾ ਦੇ ਜਾਚਕ ਹਾਂ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰਕੇ ਫਤਿਹ ਬੁਲਾਈਏ ਜੀ। ਚਰਨ ਕਮਲ ਸੰਗ ਲਾਗੀ ਪ੍ਰੀਤ, ਬਿਸਰ ਗਈ ਸਭ ਦੁਰਮਤ ਰੀਤ। ਮਨ ਤਨ ਅੰਤਰ ਹਰ ਹਰ ਮੰਤ, ਨਾਨਕ ਭਗਤਨ ਕੈ ਘਰ ਸਦਾ ਆਨੰਦ। ਵਾਹਿਗੁਰੂ ਜੀ ਕਾ